ਸੋ ਜੇ ਉਂਝ ਮੱਛਰ ਨੇ ਉੱਡ ਕੇ ਜਾਣਾ ਹੋਵੇ ਤਾਂ ਉਹਨੂੰ ਕਿੰਨਾ ਸਮਾਂ ਲੱਗੂਗਾ। ਪਰ ਜੇ ਉਹੀ ਮੱਛਰ ਜਾਂ ਮੱਖੀ ਰੇਲ ਦੇ ਉੱਤੇ ਬੈਠ ਜਾਵੇ ਤਾਂ ਕਿੰਨੀ ਤੇਜ਼ੀ ਨਾਲ ਸਫ਼ਰ ਤੈਅ ਕਰ ਜਾਵੇਗਾ। ਸੋ ਇਸੇ ਤਰ੍ਹਾਂ ਹੀ ਹੈ ਮੇਰੇ ਮਨਾ, ਜਿਹੜੀਆਂ ਤੇਰੀਆਂ ਇੱਛਾਵਾਂ ਨੇ ਮਾਇਆ ਦੀਆਂ, ਉਹ ਤੈਨੂੰ ਬਹੁਤ ਦੂਰੀ ਤੱਕ ਸਮਾਂ ਲੰਘਾਉਣਗੀਆਂ। ਪਰ ਜੇ ਤੂੰ ਹੁਕਮ ਦੇ ਵਿੱਚ ਆ ਜਾਵੇਂ, ਭਾਣੇ ਵਿੱਚ ਆ ਜਾਵੇਂ, ਤਾਂ ਪਰਮੇਸ਼ਰ ਦਾ ਭਾਣਾ ਤੈਨੂੰ ਸਕਿੰਟਾਂ ਤੋਂ ਵੀ ਥੱਲੇ ਜਿਹੜਾ ਸਮਾਂ ਲੱਗੂਗਾ ਭਵ ਸਾਗਰ ਪਾਰ ਕਰਨ ਨੂੰ। ਜਿਵੇਂ ਪਾਤਸ਼ਾਹ ਕਹਿੰਦੇ ਸ਼ਬਦ ਸੁਰਤ ਭਵ ਸਾਗਰ ਤਰੀਐ। ਉਸ ਸ਼ਬਦ ਦੇ ਅੰਦਰ ਐਡੀ ਸਮਰੱਥਾ ਹੈ ਕਿ ਉਹ ਭਵ ਸਾਗਰ ਨੂੰ ਪਾਰ ਕਰ ਦਿੰਦੀ ਹੈ। ਪਰ ਉਸ ਤੋਂ ਬਿਨਾਂ ਭਵ ਸਾਗਰ ਨਹੀਂ ਤਰਿਆ ਜਾ ਸਕਦਾ। ਸੋ ਇਹ ਮੇਰੇ ਮਨਾ ਤੈਨੂੰ ਵਿਚਾਰਨਾ ਪਊਗਾ। ਤਾਂ ਪਾਤਸ਼ਾਹ ਨੇ ਕਿਹਾ ਕਿ ਬਿਨ ਕਰਮਾਂ ਕੇ ਵੀ ਨਹੀਂ ਲਈ। ਇਸ ਸੰਸਾਰ ਦੇ ਅੰਦਰ ਕਿਸੇ ਦੇ ਹੱਥ ਵਿੱਚ ਕੁਛ ਨਹੀਂ, ਕੋਈ ਕਿਸੇ ਨੂੰ ਕੁਛ ਦੇ ਦੇਵੇ। ਇਹ ਉਸ ਮਾਲਕ ਦੇ ਹੱਥ ਵਿੱਚ ਹੈ। ਇਹ ਗੱਲ ਠੀਕ ਹੈ ਕਿ ਵਰਤ ਦਾ ਮਾਲਕ ਕੀ ਹੈ, ਵਰਤ ਤਾਂ ਕਿਸੇ ਦੇ ਥਰੂ ਹੀ ਹੈ। ਜਿਵੇਂ ਪਾਤਸ਼ਾਹ ਦੇ ਗੁਰਬਾਣੀ 'ਚ ਫਰਮਾਨ ਕਹਿੰਦੇ ਆ ਕਿ ਹਉ ਬੁਲਾਇਆ ਬੋਲੇ ਖਸਮ ਦਾ, ਕਿ ਅਸੀਂ ਤਾਂ ਉਹਦੇ ਬੁਲਾਇਆ ਬੋਲਦੇ ਹਾਂ। ਉਹ ਕਹਿੰਦਾ ਵੀ ਤੁਸੀਂ ਐਂ ਕਹਿ ਦਿਓ, ਅਸੀਂ ਕਹਿ ਦਿੰਦੇ। ਪਰ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ ਕਿ ਤੁਸੀਂ ਸਾਨੂੰ ਹੀ ਕੁਛ ਕਹੋ ਵੀ ਅਸੀਂ ਹੀ ਸਭ ਕੁਛ ਕਰ ਸਕਦੇ ਹਾਂ। ਪਰ ਹੇ ਮੇਰੇ ਮਨਾ, ਤੇਰੇ ਅੰਦਰ ਜਿਹੜੀ ਕਮੀ ਆ ਜਾਂਦੀ ਹੈ, ਤੂੰ ਉਹਨਾਂ ਬੋਲਣ ਵਾਲਿਆਂ ਨੂੰ ਹੀ ਸਮਰੱਥ ਮੰਨ ਲੈਣਾ। ਜਦ ਤੂੰ ਉਹਨਾਂ ਬੋਲਣ ਵਾਲਿਆਂ ਨੂੰ ਸਮਰੱਥ ਮੰਨ ਲੈਣਾ, ਫਿਰ ਤੂੰ ਆਪਣੇ ਆਪ ਨੂੰ ਪਛਾਣਨਾ ਛੱਡ ਦਿੰਦਾ। ਫਿਰ ਤੂੰ ਨਿਰਾ ਹੀ ਉਹਨਾਂ ਤੇ ਡਿਪੈਂਡਡ ਹੋ ਜਾਣਾ, ਫਿਰ ਤੂੰ ਆਪ ਕੁਛ ਨਹੀਂ ਕਰ ਸਕਦਾ। ਇਹ ਗੱਲ ਪਾਤਸ਼ਾਹ ਤੈਨੂੰ ਚੇਤੇ ਕਰਾਉਂਦੇ ਹੈ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਿ ਜਿਵੇਂ ਅਸੀਂ ਕਾਰਜ ਨੂੰ ਸਵਾਰਿਆ, ਤੁਸੀਂ ਵੀ ਕਾਰਜ ਆਪਣਾ ਸਵਾਰੋ। ਤੁਹਾਡੇ ਅੰਦਰ ਵੀ ਜੋਤ ਹੈ, ਤੁਹਾਡੇ ਕੋਲ ਵੀ ਸਮਾਂ ਹੈ। ਤੁਸੀਂ ਇਸ ਸਮੇਂ ਦੇ ਅੰਦਰ ਅੰਦਰ ਆਪਣੇ ਮੂਲ ਨੂੰ ਪਛਾਣੋ, ਆਪਣੇ ਆਪ ਨੂੰ ਜਾਣੋ, ਕਿ ਤੁਹਾਨੂੰ ਸੋਝੀ ਆਵੇ ਤੁਸੀਂ ਕੌਣ ਹੋ। ਫਿਰ ਤੁਹਾਨੂੰ ਸਾਰਾ ਪਤਾ ਲੱਗ ਜੂ ਵੀ ਜਿਹੜੀ ਇਹ ਸ੍ਰਿਸ਼ਟੀ ਹੈ, ਜੇਤੀ ਸ੍ਰਿਸ਼ਟ ਉਪਾਈ। ਹੁਣ ਅਸਲ ਸ੍ਰਿਸ਼ਟੀ ਕੀ ਹੈ? ਜਿਹੜਾ ਸਾਡਾ ਮੂਲ ਹੈ, ਉਹਦੇ ਅੰਦਰੋਂ ਜਿਹੜੀ ਸੋਚ ਪੈਦਾ ਹੁੰਦੀ ਹੈ, ਉਹ ਸ੍ਰਿਸ਼ਟੀ ਹੈ। ਸਾਡੇ ਲਈ ਤਾਂ ਉਹੀ ਸ੍ਰਿਸ਼ਟੀ ਹੈ, ਕਿਉਂਕਿ ਜਿੰਨਾ ਚਿਰ ਸਾਡਾ ਸੰਸਾਰ 'ਚ ਜੀਵਨ ਚੱਲਦਾ ਉਨਾ ਚਿਰ ਹੀ ਹੈ। ਉਹ ਤੋਂ ਬਾਅਦ ਤਾਂ ਜੀਵਨ ਨਹੀਂ ਹੈ। ਉਹ ਤੋਂ ਜਾ ਕੇ ਤਾਂ ਬਾਅਦ ਵਿੱਚ ਫਿਰ ਫੈਸਲਾ ਹੋਣਾ। ਜੇਤੀ ਸ੍ਰਿਸ਼ਟ ਉਪਾਈ ਪੈਦਾ ਕੀਤੀ ਹੈ। ਸਾਡਾ ਜਿਹੜਾ ਮੂਲ ਆ, ਉਹਨੇ ਸਾਡੇ ਆਪਣੇ ਅੰਦਰੋਂ ਮਨ ਪੈਦਾ ਕਰ ਲਿਆ, ਬੁੱਧੀ ਪੈਦਾ ਕਰ ਲਈ, ਜੋਤਿਤੀ ਨੇ ਜੋਤ ਪੈਦਾ ਕਰ ਲਈ। ਹੁਣ ਜੋਤ ਦਾ ਵਿਕਾਸ ਕਿੰਨਾ ਕੁ ਹੈ, ਮਨ ਦਾ ਵਿਕਾਸ ਕਿੰਨਾ ਕੁ ਹੈ, ਇਹ ਵੇਖਣਾ ਪਵੇਗਾ ਕਿ ਮਨ ਦਾ ਦਾਇਰਾ ਕਿੰਨਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਬ੍ਰਹਮ ਗਿਆਨੀ ਕੈ ਮਨ ਪ੍ਰਗਾਸ ਜੈਸੇ ਧਰ ਉਪਰ ਆਕਾਸ਼। ਜਿਹਨੂੰ ਬ੍ਰਹਮ ਦਾ ਗਿਆਨ ਹੈ, ਉਹਦੀ ਜਿਹੜੀ ਸੋਚ ਹੈ, ਉਹਦੀ ਜਿਹੜੀ ਸ੍ਰਿਸ਼ਟੀ ਹੈ, ਉਹ ਧਰ ਉੱਪਰ ਆਕਾਸ਼ ਹੈ। ਪਰ ਜਿਹੜੇ ਸੰਸਾਰੀ ਨੇ, ਉਹਨਾਂ ਦੀ ਜਿਹੜੀ ਸ੍ਰਿਸ਼ਟੀ ਉਹ ਕਿੱਡੀ ਕੁ ਹੈ? ਉਹ ਕਹਿੰਦੇ ਵੀ ਦਾਣਾ ਪਾਣੀ ਛਕਣ ਆਏ ਆ, ਰੋਟੀ ਪਾਣੀ ਖਾਓ, ਥੋੜ੍ਹਾ ਬਹੁਤਾ ਪਾਠ ਭਜਨ ਕਰੋ, ਥੋੜ੍ਹਾ ਬਹੁਤਾ ਦਾਨ ਕਰ ਦਿਓ, ਚੰਗੇ ਕੰਮ ਕਰੋ, ਮਾੜਾ ਨਾ ਬੋਲੋ, ਬਸ ਆਹੀ ਠੀਕ ਹੈ। ਉਹਨਾਂ ਲਈ ਇੰਨੀ ਕੁ ਸ੍ਰਿਸ਼ਟੀ ਹੈ। ਹਰ ਇੱਕ ਦੀ ਸ੍ਰਿਸ਼ਟੀ ਆਪੋ ਆਪਣੀ ਹੈ। ਤਾਂ ਹੀ ਪਾਤਸ਼ਾਹ ਨੇ ਲਿਖਿਆ ਜੇਤੀ ਸ੍ਰਿਸ਼ਟ ਉਪਾਈ। ਵੇਖਾ, ਹਰ ਕੋਈ ਆਪੋ ਆਪਣੀ ਸ੍ਰਿਸ਼ਟੀ ਨੂੰ ਵੀ ਵੇਖਦਾ। ਕੋਈ ਵਿਅਕਤੀ ਮਨੁੱਖ ਐਸਾ ਨਹੀਂ ਜਿਹਨੂੰ ਆਪਣੇ ਆਪ ਦਾ ਨਾ ਪਤਾ ਹੋਵੇ। ਹਾਂ, ਮੰਨੇ ਨਾ ਮੰਨੇ ਉਹ ਗੱਲ ਵੱਖਰੀ ਹੈ, ਪਰ ਜੋ ਸੱਚਖੰਡ ਦਾ ਫਰਮਾਨਾ ਉਹਦੇ ਮੁਤਾਬਕ ਹਰ ਇੱਕ ਨੂੰ ਪਤਾ ਹੈ। ਪਾਤਸ਼ਾਹ ਕਹਿੰਦੇ ਮਨ ਜਾਣਤ ਸਭ ਬਾਤ। ਸਭ ਨੂੰ ਪਤਾ ਹੈ, ਸਭ ਦਾ ਮਨ, ਸਭ ਦੀ ਆਤਮਾ ਜਾਣਦੀ ਹੈ।
ਜਾਣਤ ਹੀ ਔਗਣ ਕਰੇ। ਜਾਣਦਾ ਹੋਇਆ ਹੋਇਆ ਵੀ ਨਹੀਂ ਮੰਨ ਰਿਹਾ। ਜਦੋਂ ਜਾਣਦਾ ਹੋਇਆ ਨਹੀਂ ਮੰਨਦਾ ਤਾਂ ਉਹ ਔਗਣ ਗਿਣਿਆ ਜਾਂਦਾ ਹੈ। ਫਿਰ ਕਾਹੇ ਕੀ ਕੁਸਲਾਤ, ਕਿਹੜਾ ਕਹਿੰਦੇ ਉਹਨੂੰ ਸਿਆਣਪ ਦੇ ਸਕਦਾ ਹੈ? ਕਿੱਥੋਂ ਦੀ ਸਿਆਣਪ ਹੈ? ਕਹਿੰਦੇ ਹਾਥ ਦੀਪ, ਕਹਿੰਦੇ ਹੱਥ ਦੇ ਵਿੱਚ ਤਾਂ ਚਾਨਣ ਹੈ। ਕੋੜ ਤਾਂ ਮਨਾ ਤੇਰੇ ਗੁਰਬਾਣੀ ਹੈਗੀ, ਉਹ ਹੈਗੀ ਗੁਰਬਾਣੀ ਦੀਪ ਹੀ ਹੈ। ਗੁਰਬਾਣੀ ਇਸ ਜੱਗ ਮਹਿ ਚਾਨਣ, ਗੁਰਬਾਣੀ ਤੇਰੇ ਕੋਲ ਹੈ, ਤੂੰ ਰੋਜ਼ ਪੜ੍ਹਦਾ ਹੈ, ਸੁਣਦਾ ਹੈ। ਹਾਥ ਦੀਪ ਕੂਏ ਪਰ ਹੈ, ਫਿਰ ਕਿਉਂ ਮਾਇਆ ਦੀ ਪਿੱਛੇ ਭੱਜਦਾ? ਫਿਰ ਕਿਉਂ ਇੱਥੇ ਪਕੜ ਰੱਖਦਾ? ਕਿਉਂ ਦਾਅਵੇ ਕਰਦਾ ਇਸ ਧਰਤੀ ਤੇ? ਜਿਹੜੀ ਬਾਹਰ ਧਰਤੀ ਹੈ ਇਹ ਪਰਮੇਸ਼ਰ ਨੇ ਬਣਾਈ ਹੈ, ਇਹਦੇ ਤੇ ਦਾਅਵਾ ਕਾਹਦਾ? ਇਹ ਤੇਰੀ ਤਾਂ ਹੈ ਨਹੀਂ ਗੀ। ਜਿਹੜੀ ਚੀਜ਼ ਤੇਰੀ ਆਪਣੀ ਨਹੀਂ ਉਹ ਤੇ ਕਾਹਦਾ ਦਾਅਵਾ ਹੈ? ਜਿਹੜੀ ਚੀਜ਼ ਤੇਰੀ ਆਪਣੀ ਹੈ ਉਹਦਾ ਤੈਨੂੰ ਪਤਾ ਨਹੀਂ। ਤੇਰੀ ਆਪਣੀ ਸ੍ਰਿਸ਼ਟੀ ਕੀ ਹੈ? ਤੇਰੀ ਬੁੱਧੀ, ਤੇਰੀ ਅਕਲ, ਤੇਰਾ ਮਨ, ਤੇਰੀ ਆਤਮਾ, ਇਹ ਤੇਰੀ ਸ੍ਰਿਸ਼ਟੀ ਹੈ। ਇਹਦੇ ਤੇ ਤੇਰਾ ਜ਼ੋਰ ਚੱਲਦਾ। ਤੂੰ ਆਪਣੇ ਮਨ ਨੂੰ ਮਨਾ ਨਹੀਂ ਸਕਦਾ, ਤੂੰ ਆਪਣੀ ਅਕਲ ਵਧਾ ਨਹੀਂ ਸਕਦਾ, ਤੂੰ ਆਪਣੀ ਆਤਮਾ ਸ਼ੁੱਧ ਨਹੀਂ ਕਰ ਸਕਦਾ, ਤੂੰ ਆਪਣੇ ਮਨ ਦੀ ਮੈਲ ਲਾ ਨਹੀਂ ਸਕਦਾ। ਤੈਨੂੰ ਪਤਾ ਨਹੀਂ ਤੇਰੇ ਮਨ 'ਚ ਕਿੰਨੀ ਕੁ ਮੈਲ ਹੈ। ਵੇਖਾ, ਪਾਤਸ਼ਾਹ ਕਹਿੰਦੇ ਵੇਖਾ, ਆਪਣੇ ਅੰਦਰ ਝਾਤੀ ਮਾਰੀ। ਆਪਨੜੇ ਗਿਰੀਬਾਨ ਮੈਂ ਸਿਰ ਨੀਵਾ ਕਰਦੇ, ਕਦੇ ਵੇਖਿਆ? ਬਿਨ ਕਰਮਾ ਕੇ ਮੇਰੇ ਲਈ, ਕਹਿੰਦੇ ਬਿਨਾਂ ਬਖਸ਼ਿਸ਼ ਤੋਂ ਕੁਛ ਨਹੀਂ ਮਿਲਣਾ ਹੈਗਾ। ਬਿਨਾਂ ਆਪਣੇ ਆਪ ਸਵਾਰੇ ਤੋਂ ਬਿਨਾਂ ਕੁਛ ਨਹੀਂ ਮਿਲਣਾ। ਪਾਤਸ਼ਾਹ ਕਹਿੰਦੇ ਆਪ ਸਵਾਰੈ ਮੈਂ ਮਿਲਾਂ। ਕਹਿੰਦੇ ਜਿਹੜੀ ਤੇਰੇ ਅੰਦਰ ਮੈਂ ਚੱਲਦੀ ਆ ਨਾ, ਵੀ ਮੈਂ ਹੀ ਸਭ ਕੁਛ ਹੈ, ਕਹਿੰਦੇ ਜਦੋਂ ਆਪਣੇ ਆਪ ਨੂੰ ਸੰਵਾਰੇਗਾ ਮੈਂ ਖਤਮ ਹੋ ਜੂਗੀ, ਮੈਂ ਮਿਲਾਂ, ਤੈਨੂੰ ਮਿਲ ਜਾਣਾ ਸਾਰਾ ਕੁਛ। ਉਹ ਮੈਂ ਹੀ ਤਾਂ ਤੇਰੀ ੜਿੱਕਾ ਡਾਉਂਦੀ ਹੈ ਵਿੱਚ। ਮੈਂ ਮਿਲਿਆ ਸੁੱਖ ਹੋਏ, ਕਹਿੰਦੇ ਜਦੋਂ ਮੈਂ ਖਤਮ ਹੋ ਜੂਗੀ ਉਹਦੇ ਵਿੱਚ ਹੀ ਰਲ ਜੂਗੀ ਤੂੰ ਦੇ ਵਿੱਚ, ਫੇਰ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ। ਫਿਰ ਜਿਹੜਾ ਮੂਲ ਆ ਸਾਡਾ ਉਹ ਮਨ ਨੂੰ ਕਹਿੰਦਾ। ਮਨ ਹੈ ਸਾਡਾ ਫਰੀਦਾ, ਮੂਲ ਹੈ ਸਾਡਾ ਫਰੀਦ। ਮਨ ਹੈ ਸਾਡਾ ਕਬੀਰਾ, ਮੂਲ ਹੈ ਸਾਡਾ ਕਬੀਰ। ਮਨ ਹੈ ਸਾਡਾ ਨਾਨਕਾ, ਮੂਲ ਹੈ ਸਾਡਾ ਨਾਨਕ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਹੇ ਮੇਰਾ ਮਨਾ ਜੇ ਤੂੰ ਮੇਰੀ ਗੱਲ ਮੰਨ ਲਵੇਂ, ਸਭ ਜਗ ਤੇਰਾ ਹੋਇਆ। ਜਿਹੜਾ ਹਿਰਦਾ ਤੇਰਾ ਹੀ ਹੈ, ਫਿਰ ਤੂੰ ਹਿਰਦੇ ਦਾ ਮਾਲਕ ਹੀ ਹੈ। ਜਗ ਹਿਰਦਾ ਹੁੰਦਾ ਹੈ। ਬਾਹਰ ਜੁਗ ਨੇ, ਹਿਰਦੇ 'ਚ ਜਗ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਹਿਰਦਾ ਹੈ ਸੱਚੇ ਦੀ ਕੋਠੜੀ। ਪਰ ਇਸੇ ਕੋਠੜੀ ਨੇ ਜਦੋਂ ਆਪਣੇ ਆਪ ਨੂੰ ਜਾਣ ਲੈਣਾ ਤਾਂ ਮਹੱਲ ਬਣ ਜਾਣਾ। ਹੁਣ ਕੋਠੜੀ ਹੋਈ ਹੈ, ਹੁਣ ਤਾਂ ਆਤਮਾ ਬਿਲਕੁਲ ਪਾਣੀ ਦੀ ਬੂੰਦ ਵਰਗੀ ਹੈ। ਪਰ ਜਦੋਂ ਆਪਣੀ ਆਤਮਾ ਨੇ ਆਪਣੇ ਆਪ ਨੂੰ ਦਰਸ਼ਨ ਕਰਨਾ ਹੈ, ਆਪਣੇ ਆਪ ਦੀ ਸੋਝੀ ਹੋਣੀ ਹੈ, ਤਾਂ ਇਸੇ ਆਤਮਾ ਨੇ ਸਮੁੰਦਰ ਦਾ ਰੂਪ ਧਾਰਨ ਕਰ ਜਾਣਾ। ਇਸੇ ਬੀਜ ਨੇ ਬ੍ਰਿਸ਼ ਬਣ ਜਾਣਾ। ਬੀਜ ਛੋਟਾ ਹੁੰਦਾ, ਬ੍ਰਿਸ਼ ਕਿੱਡਾ ਵੱਡਾ ਹੁੰਦਾ। ਬਟਕ ਬੀਜ ਮੇ ਰਵ ਰਿਹੋ ਤੀਨ ਲੋਕ ਵਿਸਥਾਰ। ਇਸੇ ਜੀਵ ਨੂੰ, ਇਸੇ ਆਤਮਾ ਨੂੰ ਤਿੰਨੇ ਲੋਕਾਂ ਦੀ ਸੋਝੀ ਆ ਜਿਹੜੀ ਹੈ, ਕਿਉਂਕਿ ਚੌਥੇ ਲੋਕ 'ਚ ਫਿਰ ਆਪ ਖੜੂਗੀ ਜਾ ਕੇ। ਜੇਤੀ ਸਿਰ ਠੋ ਪਾਈ, ਹੇ ਮੇਰੇ ਮਨਾ, ਜਿਹੜੀ ਤੇਰੀ ਸ੍ਰਿਸ਼ਟੀ ਹੈ, ਤੇਰਾ ਮਨ, ਤੇਰੀ ਬੁੱਧੀ, ਤੇਰੀ ਸੋਚ, ਇਹ ਤੇਰੀ ਆਪਣੀ ਸ੍ਰਿਸ਼ਟੀ ਤੂੰ ਹੀ ਪੈਦਾ ਕੀਤੀ ਹੈ। ਬਿਨ ਕਰਮਾ ਕੇ ਮਿਲੇ ਲਈ, ਜਿੰਨਾ ਚਿਰ ਤੇਰਾ ਆਪਣਾ ਹੀ ਨਹੀਂ ਮਨ ਮੰਨਦਾ, ਤੂੰ ਆਪਣੇ ਆਪ ਤੇ ਹੀ ਨਹੀਂ ਕਿਰਪਾ ਕਰਦਾ, ਆਪਣੇ ਮਨ ਨੂੰ ਹੀ ਨਹੀਂ ਮਨਾਉਂਦਾ, ਕੀ ਮਿਲੂ? ਕਹਿੰਦੇ ਕੁਛ ਨਹੀਂ ਮਿਲਣਾ। ਕਹਿੰਦੇ ਕਹੋ ਕਬੀਰ ਮਨ ਮਾਨਿਆ, ਕਹਿੰਦੇ ਜਦੋਂ ਮੇਰਾ ਮਨ ਮੰਨ ਗਿਆ, ਮਨ ਮਾਨਿਆ ਤਉ ਹਰ ਜਾਣਿਆ। ਫਿਰ ਪਾਤਸ਼ਾਹ ਬਚਨ ਵੀ ਕਹਿੰਦੇ, ਕਹਿੰਦੇ ਮਨ ਮਾਨੈ ਲੋਗ ਨਾ ਭਤੀਜੈ। ਇਹ ਨਿਸ਼ਾਨੀ ਹੈ। ਕਹਿੰਦੇ ਜਦੋਂ ਤੇਰੇ ਮਨ ਨੇ ਮੰਨਣਾ, ਕਿਉਂਕਿ ਤੈਨੂੰ ਪਤਾ ਲੱਗਣਾ ਹੈ, ਤਾਂ ਲੋਕਾਂ ਨੇ ਨਹੀਂ ਖੁਸ਼ ਹੋਣਾ, ਕਿਉਂਕਿ ਤੂੰ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਨੀ, ਤੂੰ ਤਾਂ ਲੋਕਾਂ ਤੋਂ ਉਲਟ ਗੱਲ ਕਰੇਗਾ। ਜਦੋਂ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਹੋਣਗੇ ਸੰਸਾਰ 'ਚ ਸਰੀਰ ਕਰਕੇ ਵੀ ਅਸੰਖ ਮੂਰਖ ਅੰਧ ਘੋਰ, ਉਹਨਾਂ ਦੀ ਕੋਈ ਗੱਲ ਮੰਨਦਾ ਹੋ? ਹਲੇ ਕਹਿਣਾ ਤੂੰ ਤਾਂ ਇਕੱਲਾ ਹੀ ਸਾਰਿਆਂ ਨੂੰ ਮੂਰਖ ਕਹੀ ਜਾਂਦਾ। ਫਿਰ ਸਿਆਣਾ ਕੌਣ ਹੈ? ਇਹਦਾ ਮਤਲਬ ਸਿਆਣੇ ਤਾਂ ਫਿਰ ਗੁਰੂ ਨਾਨਕ ਸਾਹਿਬ ਹੀ ਸੀ। ਜਦੋਂ ਪਾਤਸ਼ਾਹ ਨੇ ਆਖਿਆ ਹੋਊਗਾ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ
ਗਿਆਨੀ ਸਿਆਣਾ ਫਿਰ ਤਾਂ ਪਾਤਸ਼ਾਹ ਆਪ ਹੀ ਸੀ ਵੀ ਅਸੀਂ ਉਹ ਸਿਆਣੇ ਆ, ਤੁਸੀਂ ਤਾਂ ਅੰਨੇ ਹੋ। ਹੁਣ ਕਿਸੇ ਨੂੰ ਅੰਨਾ ਕਹਿ ਦੇਣਾ ਔਰ ਧਾਰਮਿਕ ਆਗੂ ਨੂੰ ਕਿੰਨੀ ਤਕਲੀਫ ਦਿੰਦਾ ਵਾ। ਜਦੋਂ ਪਾਤਸ਼ਾਹ ਨੇ ਆਖਿਆ ਹੋਊਗਾ ਕਿ ਓਏ ਹਰ ਕੇ ਸੰਤ ਨਾ ਆਖੀ ਹੈ ਵਾਨਾ ਰਸ ਕੇ ਠੱਗ, ਵੀ ਇਹ ਹਰ ਦੇ ਸੰਤ ਨਹੀਂ ਹੈਗੇ, ਇਹ ਤਾਂ ਬਿਨਾਂ ਹੀ ਰਸ ਤੋਂ ਬਣ ਕੇ ਠੱਗ ਬਣ ਗਏ, ਇਹ ਤਾਂ ਠੱਗ ਨੇ, ਤੁਸੀਂ ਇਹਨਾਂ ਨੂੰ ਸੰਤ ਕਹੀ ਜਾਂਦੇ ਹੋ। ਅਰੇ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਸੰਤ ਤਾਂ ਦੇਹਧਾਰੀ ਨਹੀਂ ਹੁੰਦਾ, ਸੰਤ ਨਿਰਾਕਾਰੀ ਹੁੰਦਾ ਹੈ, ਦੇਹਧਾਰੀ ਅਸੰਤ ਹੁੰਦਾ ਹੈ, ਦੇਹਧਾਰੀ ਅਸਾਧ ਹੁੰਦਾ ਹੈ, ਸਾਧ ਨਹੀਂ ਹੁੰਦਾ। ਸਾਧ ਦੇਹ ਨਹੀਂ ਧਾਰਦਾ, ਸਾਧ ਹੈ ਜੋਤ, ਜੋਤ ਨੇ ਦੇਹ ਥੋੜੋ ਧਾਰੀ ਹੋਈ ਹੈ। ਇਹ ਵੀ ਨਹੀਂ ਪਤਾ ਸਾਨੂੰ ਤਾਂ। ਜੋਤੀ ਦਾ ਜਿਹੜਾ ਧਿਆਨ ਆ ਉਹ ਹੈ ਦੇਹੀ। ਜਦੋਂ ਜੋਤੀ ਆਪਣਾ ਧਿਆਨ ਪਿੱਛੇ ਖਿੱਚਦੇ ਦੇਹੀ ਖਤਮ, ਆ ਮਿੱਟੀ ਜਦੋਂ ਡਿੱਗ ਜਾਂਦੀ ਹੈ। ਹੇ ਮੇਰੇ ਮਨਾ, ਤੂੰ ਚੇਤਨ ਹੈ, ਤੂੰ ਸਤ ਸਰੂਪ ਹੈ, ਤੂੰ ਸੰਗਤ ਝੂਠ ਦੀ ਕਰੀ ਬੈਠਾ। ਮਨ ਮਾਇਆ ਹਾਥ ਵਿਕਾਨੋ, ਤੂੰ ਤਾਂ ਮਾਇਆ ਦੇ ਹੁਕਮ 'ਚ ਵਿਕ ਗਿਆ, ਮਾਇਆ ਦੇ ਪ੍ਰਭਾਵ ਹੇਠ ਚੱਲ ਰਿਹਾ, ਤੂੰ ਆਪਣੇ ਆਪ ਨੂੰ ਤਾਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ। ਸੋ ਹੇ ਮੇਰੇ ਮਨਾ, ਪਾਤਸ਼ਾਹ ਨੇ ਤੈਨੂੰ ਇਸ ਵਚਨ ਦੇ ਵਿੱਚ ਬਹੁਤ ਹੀ ਬਰੀਕੀ ਨਾਲ ਸਮਝਾਇਆ ਕਿ ਜਿਹੜੀ ਕਾਕਾ ਤੇਰੀ ਸ੍ਰਿਸ਼ਟੀ ਹੈ, ਤੂੰ ਪੈਦਾ ਕੀਤੀ ਹੋਈ ਹੈ, ਉਹਦੇ ਵੱਲ ਵੇਖ ਕਿ ਉਹ ਸ੍ਰਿਸ਼ਟੀ ਕਿੰਨੀ ਕੁ ਹੈ, ਉਹਨੂੰ ਕਿੰਨਾ ਕੁ ਵਧਾਉਣਾ ਹੈ। ਦੇ ਲੰਮੀ ਨਜ਼ਰ ਨਿਹਾਲੀ ਹੈ, ਇੰਨੀ ਸ੍ਰਿਸ਼ਟੀ ਵਧਾਉਣੀ ਹੈ। ਬਿਨ ਕਰਮਾਂ ਕੇ ਮਿਲੇ ਲਈ, ਬਿਨਾਂ ਬਖਸ਼ਿਸ਼ ਤੋਂ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਇਹ ਜਿਹੜੀ ਸੋਝੀ ਵੀ ਆਉਣੀ ਹੈ, ਇਹ ਵੀ ਸੋਝੀ ਪਰਮੇਸ਼ਰ ਵੱਲੋਂ ਹੀ ਆਉਂਦੀ ਹੈ। ਇਹਦੇ ਤੇ ਬਾਹਰੀ ਮਨੌਤ ਨੂੰ ਗੁਰੂ ਨਾਨਕ ਸਾਹਿਬ ਨੇ ਕੰਡੈਮ ਕੀਤਾ, ਅੰਦਰਲੀ ਮਨੌਤ ਦੀ ਜਾਗਰਤ ਅਵਸਥਾ ਦੱਸੀ ਹੈ। ਅੰਦਰ ਨੂੰ ਜਗਾਉਣਾ ਚਾਹਿਆ ਕਿ ਅੰਦਰੋਂ ਜਾਗ। ਜਿਹੜਾ ਬਾਹਰ ਧਰਤੀ ਤੇ ਕੁਛ ਵੀ ਹੋ ਰਿਹਾ ਹੈ ਉਹ ਕਿਸੇ ਦੇ ਹੱਥ ਨਹੀਂ ਹੈ। ਮਤਾ ਤੂੰ ਕਿਸੇ ਧਾਰਮਿਕ ਆਗੂਆਂ ਦੇ ਅੱਗੇ ਜਾ ਜਾ ਕੇ ਰਗੜੀ ਚਲੇ ਨੱਕ ਵੀ ਮੇਰਾ ਆਹ ਕਰ ਦਿਓ, ਨਹੀਂ ਕਰ ਸਕਦਾ ਕੁਛ ਵੀ। ਜੋ ਸੰਸਾਰ ਦੇ ਵਿੱਚ ਤੈਨੂੰ ਮਾਇਆ ਜਿੰਨੀ ਵੀ ਹੈ ਇੱਥੇ ਵਰਤਣ ਵਾਸਤੇ ਦਿੱਤੀ, ਪਰਮੇਸ਼ਰ ਨੇ ਦਿੱਤੀ ਹੈ, ਉਹ ਉਹਦੀ ਮਰਜ਼ੀ ਨਾਲ ਹੀ ਤੈਨੂੰ ਮਿਲਣੀ ਹੈ। ਨਾ ਉਹ ਵੱਧ ਸਕਦੀ ਹੈ, ਨਾ ਉਹ ਘਟ ਸਕਦੀ ਹੈ। ਜਿਹੜੇ ਇਸ ਧਰਤੀ ਦੇ ਉੱਤੇ ਅਰਬਾਂ ਪਤੀ ਬੰਦੇ ਵੀ ਨੇ ਪੈਸੇ ਵਾਲੇ, ਉਹ ਉਹਨਾਂ ਦੇ ਉੱਪਰ ਵੀ ਪਰਮੇਸ਼ਰ ਦੀ ਉਹ ਬਖਸ਼ਿਸ਼ ਹੈ, ਉਹ ਪਰਮੇਸ਼ਰ ਨੇ ਦਿੱਤੀ ਹੋਈ ਹੈ ਉਹਨਾਂ ਨੂੰ ਕਿ ਤੁਸੀਂ ਇਹਨੂੰ ਸਾਂਭ ਕੇ ਰੱਖੋ। ਉਹਨਾਂ ਦੇ ਅੰਡਰ ਨਾਲ ਕਿੰਨੇ ਬੰਦੇ ਚੱਲਦੇ ਆ, ਉਹਨਾਂ ਦੀ ਉੱਡੀਓ ਪਰਖ ਹੈ ਕਿ ਇਹਨਾਂ ਦੀ ਮਨੋਦਿਸ਼ਾ ਕੀ ਆਉਂਦੀ ਹੈ। ਮਨੋਦਿਸ਼ਾ ਉਹਨਾਂ ਦੀ ਜ਼ਿਆਦਾ ਪੈਸਾ ਆਉਣ ਕਰਕੇ ਹੰਕਾਰੀ ਹੋ ਜਾਂਦੇ ਨੇ। ਉਹਨਾਂ ਦਾ ਹੰਕਾਰ ਉਹਨਾਂ ਨੂੰ ਲੈ ਕੇ ਬੈਠ ਜਾਂਦਾ। ਤੇ ਜਿਹਦੇ ਕੋਲ ਪੈਸਾ ਹੈ ਨਹੀਂ, ਸੰਸਾਰੀ ਤੌਰ ਤੇ ਅੱਤ ਦਾ ਗਰੀਬ ਹੈ, ਉਹਦੇ ਅੰਦਰ ਹੀਣਤਾ ਆ ਜਾਂਦੀ ਹੈ। ਉਹ ਇੱਕੋ ਹੀ ਗੱਲ ਕਹਿ ਦਿੰਦਾ ਵੀ ਪਤਾ ਨਹੀਂ ਰੱਬ ਦੇ ਅਸੀਂ ਕੀ ਮਾੜਾ ਕਰਤਾ, ਪਤਾ ਨਹੀਂ ਕਿਹੜੇ ਸਾਡੇ ਮਾੜੇ ਕਰਮ ਨੇ, ਸਾਡੇ ਮਾੜੇ ਭਾਗ ਆ, ਸਾਡੇ ਕੋਲ ਪੈਸਾ ਹੈ ਨਹੀਂ, ਸਾਡੇ ਕੋਲ ਗਰੀਬੀ ਹੈ ਨਹੀਂ। ਉਹ ਸਾਰਾ ਜੀਵਨ ਇਸ ਤਰੀਕੇ ਬਤੀਤ ਕਰ ਜਾਂਦੇ ਆ, ਕਰੋੜਾਂ ਪਤੀ ਅਰਬਾਂ ਪਤੀ ਇਸ ਤਰੀਕੇ ਨਾਲ ਬਤੀਤ ਕਰ ਜਾਂਦੇ ਆ ਕਿ ਅਸੀਂ ਤਾਂ ਲੱਖਾਂ ਲੋਕਾਂ ਨੂੰ ਦਾਨ ਕਰਦੇ ਹਾਂ, ਸਾਡੀ ਤਾਂ ਲੱਖਾਂ ਚੈਰਿਟੀਆਂ ਚੱਲਦੀਆਂ ਨੇ, ਸਾਡੇ ਅੰਡਰ ਇੰਨੇ ਬੰਦੇ ਰਹਿੰਦੇ ਆ, ਅਸੀਂ ਉਹਨਾਂ ਨੂੰ ਐਂ ਕਰਦੇ ਹਾਂ ਜੇ ਅਸੀਂ ਆਹ ਕਰਦੇ ਹਾਂ। ਉਹਨਾਂ ਦੇ ਅੰਨਦਾਤੇ ਉਹ ਬਣ ਜਾਂਦੇ ਆ। ਜਿਵੇਂ ਸਾਡੇ ਵੀ ਅੱਜ ਕਹਿ ਦਿੰਦੇ ਵੀ ਜਿਹੜਾ ਕਿਸਾਨ ਆ ਉਹ ਅੰਨਦਾਤਾ ਹੈ। ਕਿਸਾਨ ਅੰਨਦਾਤਾ ਨਹੀਂ ਹੈ, ਅੰਨਦਾਤਾ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਕਿਸਾਨ ਦੇ ਥਰੂ ਦੇ ਰਿਹਾ। ਉਹ ਕਿਸੇ ਦੇ ਥਰੂ ਚੀਜ਼ ਜਾ ਰਹੀ ਹੈ, ਜਿਹਦੇ ਥਰੂ ਚੀਜ਼ ਜਾ ਰਹੀ, ਜੇ ਬੱਲਬ ਦੇ ਥਰੂ ਲਾਈਟ ਆ ਰਹੀ ਹੈ ਤਾਂ ਲਾਈਟ 'ਚ ਤਾਕਤ ਹੈ। ਹਾਂ, ਇਹ ਗੱਲ ਠੀਕ ਹੈ ਕਿ ਬੱਲਬ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਪਿੱਛੇ ਸ਼ਕਤੀ ਲਾਈਟ ਦੀ ਹੈ, ਕਿਉਂਕਿ ਬੱਲਬ ਤਾਂ ਉਂ ਵੀ ਹੁੰਦਾ ਹੀ ਹੈ, ਵਿੱਚੋਂ ਲਾਈਟ ਹੀ ਨਾ ਆਵੇ ਬੱਲਬ ਕੀ ਕਰੂਗਾ। ਪਰ ਜੇ ਲਾਈਟ ਆਊਗੀ ਤਾਂ ਬੱਲਬ ਦੇ ਥਰੂ ਆਊਗੀ। ਇਸੇ ਤਰ੍ਹਾਂ ਹੀ ਜਿਹੜੀ ਸਾਡੇ ਤੇ ਬਖਸ਼ਿਸ਼ ਹੋਣੀ ਹੈ ਉਹ ਜੋਤੀ ਥਰੂ ਹੀ ਹੁੰਦੀ ਹੈ, ਸਿੱਧੀ ਨਹੀਂ ਹੋ ਸਕਦੀ, ਸਿੱਧਾ ਸਾਡਾ ਸੰਪਰਕ ਹੀ ਨਹੀਂ ਹੋ ਸਕਦਾ। ਅਸੀਂ ਆਪਣੇ ਮੂਲ ਨਾਲ ਹੀ ਜੁੜ ਸਕਦੇ ਹਾਂ, ਜਿਹੜਾ ਸਾਡਾ ਮੂਲ ਹੈ ਉਹਦਾ ਗਾਹਾਂ ਮੂਲ ਹੈ। ਸੋ ਇੱਕ ਵੱਖਰਾ ਵਿਸ਼ਾ।
ਸੋ ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੈ ਮੇਰੇ ਲਈ। ਹੇ ਮੇਰੇ ਮਨਾ, ਤੈਨੂੰ ਪਾਤਸ਼ਾਹ ਨੇ ਦੋਨੇ ਪੱਖਾਂ ਤੋਂ ਸਮਝਾਇਆ ਵੀ ਬਾਹਰ ਜਿੰਨੀ ਵੀ ਇਹ ਧਰਤੀ ਪੈਦਾ ਕੀਤੀ ਹੈ ਪਰਮੇਸ਼ਰ ਨੇ ਪੈਦਾ ਕੀਤੀ ਹੈ। ਇੱਥੇ ਸਾਰਾ ਕੁਝ ਪਰਮੇਸ਼ਰ ਦੀ ਮਰਜ਼ੀ ਨਾਲ ਚੱਲ ਰਿਹਾ। ਜੋ ਕੁਝ ਮਿਲਣਾ ਪਰਮੇਸ਼ਰ ਦੀ ਮਰਜ਼ੀ ਨਾਲ ਹੀ ਮਿਲਣਾ। ਬਾਹਰੋਂ ਜਿਹੜਾ ਤੈਨੂੰ ਅੰਦਰੋਂ, ਉਹ ਤੇਰੀ ਆਪਣੀ ਮਿਹਨਤ ਹੈ, ਉਹ ਤੈਨੂੰ ਆਪ ਕਰਨੀ ਪੈਣੀ ਹੈ। ਆਪਣੀ ਜਿਹੜੀ ਤੂੰ ਸ੍ਰਿਸ਼ਟੀ ਪੈਦਾ ਕੀਤੀ ਹੈ, ਮਨ ਪੈਦਾ ਕੀਤਾ, ਉਹ 'ਚ ਕਿੰਨੀ ਮੈਲ ਹੈ, ਉਹ ਕਿਵੇਂ ਸ਼ੁੱਧ ਕਰਨੀ, ਉਹ ਤੈਨੂੰ ਸਾਰਾ ਕੁਝ ਕਰਨਾ ਪੈਣਾ। ਉਹਦੇ ਲਈ ਪਾਤਸ਼ਾਹ ਨੇ ਆ ਗੁਰਬਾਣੀ ਲਿਖੀ ਹੈ। ਅੰਤਰ ਆਤਮਾ ਨੂੰ ਸ਼ੁੱਧ ਕਰਨ ਵਾਸਤੇ ਗੁਰਬਾਣੀ ਹੈ। ਬਾਹਰਲੇ ਸਰੀਰ ਨੂੰ ਰਿਜ਼ਕ, ਰੋਟੀ ਪਾਣੀ, ਕੱਪੜਾ ਲੀੜਾ, ਪੈਸਾ, ਜੋ ਵੀ ਕੁਛ ਹੈ ਉਹ ਬਾਹਰ ਹੈ, ਉਹ ਤੇਰੇ ਸਾਹਮਣੇ ਹੈ। ਉਹਦੀਆਂ ਜਿੰਨੀਆਂ ਕਿ ਤੈਨੂੰ ਲੋੜਾਂ ਨੇ, ਜੇ ਤਾਂ ਤੂੰ ਉਹਨਾਂ ਕੁ ਵਰਤੀ ਚੱਲੇਗਾ ਤਾਂ ਠੀਕ ਹੈ। ਜੇ ਲੋੜ ਤੋਂ ਵੱਧ ਉਹਦੇ ਲੱਖੇ ਵਰਤੇਗਾ ਤਾਂ ਤੈਨੂੰ ਰੋਕ ਕੋਈ ਨਹੀਂ। ਫਿਰ ਤੇਰਾ ਸਾਰਾ ਜ਼ੋਰ ਉੱਥੇ ਲੱਗ ਜਾਊਗਾ, ਫਿਰ ਤੂੰ ਅਸਲੀ ਜੀਵਨ ਛੱਡ ਜਾਏਗਾ। ਪਰ ਜੇ ਤੂੰ ਸਰੀਰ ਦੀ ਲੋੜ ਵਾਸਤੇ ਵੀ ਜਿੰਨੀ ਕੁ ਲੋੜ ਹੈ, ਇੰਨੀ ਕੁ ਚੀਜ਼ ਆਪਾਂ ਨੂੰ ਚਾਹੀਦੀ, ਇਹਨੂੰ ਵਰਤੋ। ਜਿਹੜੀ ਭੁੱਖ ਹੈ, ਭੁੱਖ ਅੰਦਰ ਨਾਮ ਦੀ ਹੋ ਜਾਵੇ। ਇੰਨੀ ਭੁੱਖ ਨਾਮ ਦੀ ਵਧਾ ਦੇਵੇਂ ਕਿ ਤੂੰ ਖੁਦ ਨਾਮ ਦਾ ਸਰੂਪ ਬਣ ਜਾਵੇ। ਪਰ ਹੇ ਮੇਰੇ ਮਨਾ, ਤੂੰ ਮਾਇਆ ਦੀ ਇੰਨੀ ਭੁੱਖ ਵਧਾ ਲਈ, ਇੰਨੀ ਭੁੱਖ ਵਧਾ ਲਈ, ਤੂੰ ਤਾਂ ਖੁਦ ਮਾਇਆ ਦਾ ਹੀ ਸਰੂਪ ਬਣ ਗਿਆ। ਤੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ। ਸੋ ਇਸ ਵਚਨ ਦੇ ਅੰਦਰ ਪਾਤਸ਼ਾਹ ਨੇ ਤੈਨੂੰ ਇਹੀ ਗੱਲ ਸਮਝਾਈ ਹੈ ਵੀ ਭਾਈ, ਬਾਹਰ ਕਿਸੇ ਦੇ ਕੋਲ ਕੁਛ ਹੱਥ ਨਹੀਂ ਹੈ। ਮਤ ਕੋਈ ਜਾਣੋ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ। ਕਹਿੰਦੇ ਕਿਸੇ ਦੇ ਹੱਥ 'ਚ ਕੁਛ ਨਹੀਂ ਹੈ, ਕੋਈ ਕੁਛ ਨਹੀਂ ਦੇ ਸਕਦਾ। ਪਰਮਾਰਥ ਦੇ ਰਸਤੇ ਦੇ ਉੱਪਰ ਵੀ ਕੋਈ, ਜੇ ਜਿਹਨੇ ਅੰਦਰ, ਜਿਹਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੈ, ਉਹ ਸਿਰਫ ਤੁਹਾਡੇ ਨਾਲ ਬੈਠ ਕੇ ਵਿਚਾਰ ਕਰ ਸਕਦਾ ਹੈ। ਉਹਦੇ ਵਿਚਾਰਾਂ 'ਚੋਂ, ਉਹਦੇ ਬੋਲਾਂ ਦੇ ਵਿੱਚੋਂ ਵੀ ਤੁਹਾਨੂੰ ਬੁਝਾਰਤ ਬੁੱਝਣੀ ਪਵੇਗੀ। ਸਿੱਧਾ ਉਹ ਵੀ ਨਹੀਂ ਦੱਸ ਸਕਦਾ। ਸਿੱਧੇ ਕਿਵੇਂ ਉਦਾਹਰਣ ਦਊਗਾ? ਮਾਇਆ 'ਚੋਂ ਹੀ ਉਦਾਹਰਣ ਦਊਗਾ, ਬਾਹਰੋਂ ਸ੍ਰਿਸ਼ਟੀ 'ਚੋਂ ਹੀ ਉਦਾਹਰਣ ਦਊਗਾ। ਕਿਸ ਤਰ੍ਹਾਂ ਦਾ ਰੱਬ, ਕਿਸ ਤਰ੍ਹਾਂ ਦੀ ਹੈ ਜੀ ਆਤਮਾ? ਆਤਮਾ ਜੀ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਫੁੱਲ 'ਚ ਸੁਗੰਧੀ ਹੁੰਦੀ ਹੈ। ਹੁਣ ਫੁੱਲ 'ਚ ਸੁਗੰਧੀ ਦਿਖਾਓ ਕਿੱਥੇ, ਪਰ ਉਹ ਸੁਗੰਧੀ ਆਉਂਦੀ ਹੈ। ਆਤਮਾ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ? ਆਤਮਾ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਦੁੱਧ 'ਚ ਘਿਓ ਹੈ। ਹੁਣ ਦਿਖਾਓ ਦੁੱਧ 'ਚ ਘਿਓ ਕਿੱਥੇ? ਦਿਖਦਾ ਤਾਂ ਹੈ ਨਹੀਂ। ਪਰ ਜਦੋਂ ਉਹਦੇ ਲਈ ਕੋਈ ਪ੍ਰੋਸੈਸ ਕੀਤਾ ਜਾਂਦਾ ਤਾਂ ਫਿਰ ਕੀ ਹੁੰਦਾ? ਘਿਓ ਹੁੰਦਾ ਸਾਡੇ ਸਾਹਮਣੇ। ਪਰ ਘਿਓ ਦੀ ਜਿਹੜੀ ਤਾਕਤ ਹੈ ਉਹ ਦੇਖ ਕੇ ਨਹੀਂ ਪਤਾ ਲੱਗਦੀ। ਘਿਓ ਦਾ ਖਾਧੇ ਤੋਂ ਉਹਦੀ ਤਾਕਤ ਦਾ ਪਤਾ ਲੱਗਣਾ ਹੈ। ਇਸੇ ਤਰ੍ਹਾਂ ਗੁਰਬਾਣੀ ਸਾਹਮਣੇ ਹੈ, ਦੇਖ ਕੇ ਕੁਛ ਨਹੀਂ ਬਣਨਾ। ਗੁਰਬਾਣੀ ਪੜ੍ਹ ਕੇ ਕੁਛ ਨਹੀਂ ਬਣਨਾ। ਜਿੰਨਾ ਚਿਰ ਹੇ ਮੇਰੇ ਮਨਾ ਗੁਰਬਾਣੀ ਨੂੰ ਕਮਾਉਂਦਾ ਨਹੀਂ ਹੈ, ਘਿਓ ਨੂੰ ਦੇਖ ਕੇ ਤਾਕਤ ਨਹੀਂ ਆਉਣ ਲੱਗੀ। ਘਿਓ ਦੀ ਵਡਿਆਈ ਕਰਕੇ ਵੀ ਘਿਓ 'ਚ ਬੜੀ ਤਾਕਤ ਹੁੰਦੀ ਹੈ, ਚਾਹ ਵਿਟਾਮਿਨ ਹੁੰਦੇ ਆ, ਘਿਓ ਨਾਲ ਸਰੀਰ ਸਡੌਲ ਹੋ ਜਾਂਦਾ ਹੈ, ਮਸਲ ਬਣ ਜਾਂਦੇ ਆ। ਬਣ ਨਹੀਂ ਲੱਗੇ। ਸਾਰੀ ਜ਼ਿੰਦਗੀ ਘਿਓ ਦੀਆਂ ਸਿਫਤਾਂ ਕਰੀ ਚੱਲੀ। ਇਹ ਮੇਰੇ ਮਨਾ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਸਿਫਤ ਕਰੀ ਚੱਲੀ, ਸਾਰੀ ਜ਼ਿੰਦਗੀ ਗੁਰਬਾਣੀ ਦੀ ਸਿਫਤ ਕਰੀ ਚੱਲੀ, ਕੁਛ ਨਹੀਂ ਬਣਨਾ। ਫਿਰ ਬਣੂ ਕਿਵੇਂ? ਜੋ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਉਹ ਮੰਨ ਕੇ ਦੇਖ। ਘਿਓ ਦੀ ਇੱਕ ਘੁੱਟ ਅੰਦਰ ਲੰਘਾ ਕੇ ਦੇਖ, ਉਹਦੀ ਤਾਕਤ ਦਾ ਪਤਾ ਲੱਗੂਗਾ। ਗੁਰਬਾਣੀ ਦਾ ਇੱਕ ਬਚਨ ਕਮਾ ਕੇ ਦੇਖ, ਤਾਕਤ ਦਾ ਪਤਾ ਲੱਗੂਗਾ। ਔਰ ਐਸੀ ਕਰਾਮਾਤ ਗੁਰਬਾਣੀ ਵਰਤਾਉਂਦੀ ਹੈ ਕਿ ਤਿੰਨੇ ਲੋਕਾਂ ਦੀ ਸੋਝੀ ਕਰਾ ਦਿੰਦੀ ਹੈ, ਚੌਥੇ 'ਚ ਲਿਜਾ ਕੇ ਖੜਾ ਦਿੰਦੀ ਹੈ। ਜਿਹੜਾ ਤੇਰਾ ਅਸਲੀ ਘਰ ਹੈ ਤੈਨੂੰ ਉੱਥੇ ਲਿਜਾ ਕੇ ਖੜਾ ਦੇਣਾ। ਉੱਥੋਂ ਖੜ ਕੇ ਤੈਨੂੰ ਸਾਰਾ ਕੁਝ ਦਿਸੂਗਾ। ਨਾਨਕ ਬੱਧਾ ਘਰ ਤਹਾਂ, ਨਾਨਕ ਜੀ ਕਹਿੰਦੇ ਮੈਂ ਤਾਂ ਉੱਥੇ ਘਰ ਬਣਾ ਲਿਆ ਜਿੱਥੋਂ ਮੈਨੂੰ ਸਾਰਾ ਕੁਝ ਦਿਸਦਾ ਹੈ। ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖ ਸੁਣਾਵੈ। ਦਰਗਾਹ 'ਚ ਖੜ ਕੇ ਸੁਣਾਇਆ ਜਾਂਦਾ ਸਾਰਾ ਕੁਝ। ਉੱਥੋਂ ਖੜ ਕੇ ਕੰਪੈਰੀਜ਼ਨ ਕਰਦੇ ਆ ਮਾਇਆ ਨਾਲ ਵੀ ਇੱਥੇ ਤਾਂ ਕੁਝ ਵੀ ਨਹੀਂ, ਤੁਸੀਂ ਐਵੇਂ ਕਹੀ ਜਾਂਦੇ। ਸੋ ਬਾਰ-ਬਾਰ ਹੇ ਮੇਰੇ ਮਨਾ ਇਸ ਬਚਨ ਨੂੰ ਵਿਚਾਰ ਕਿ ਕਿਸੇ ਦੇ ਹੱਥ ਵਿੱਚ ਕੁਛ ਨਹੀਂ ਹੈ। ਤਾਂ ਹੀ ਪਾਤਸ਼ਾਹ ਕਹਿੰਦੇ ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਦੇਖੋ ਕਹਿੰਦੇ ਵੀ ਤੁਸੀਂ ਆਓ, ਬੈਠੋ, ਬੈਠ ਕੇ ਆਪਾਂ ਕਥਾ ਕਰੀਏ।
ਵਿਚਾਰ ਕਰੀਏ। ਉੱਥੇ ਕਿਤੇ ਨਹੀਂ ਲਿਖਿਆ ਪੰਜਵੇਂ ਪਾਤਸ਼ਾਹ ਨੇ ਵੀ ਤੁਸੀਂ ਆਓ ਮੇਰੇ ਕੋਲ ਬੈਠੋ, ਮੈਂ ਤੁਹਾਨੂੰ ਬ੍ਰਹਮ ਗਿਆਨ ਕਰਾ ਦੇਣਾ, 1 ਮਿੰਟ 'ਚ ਤੁਹਾਡੇ ਸਿਰ ਤੇ ਹੱਥ ਰੱਖਿਆ ਤੁਹਾਨੂੰ ਬ੍ਰਹਮ ਗਿਆਨ ਹੋ ਗਿਆ। ਕਿਤੇ ਨਹੀਂ ਲਿਖਿਆ ਪਾਤਸ਼ਾਹ ਨੇ। ਪਾਤਸ਼ਾਹ ਕਹਿੰਦੇ ਬੈਠੋ, ਅਸੀਂ ਤੁਹਾਡੇ ਨਾਲ ਵਿਚਾਰ ਕਰਦੇ ਹਾਂ, ਅਸੀਂ ਤੁਹਾਨੂੰ ਸਹੀ ਸੁਗਿਆਨ ਦਿੰਦੇ ਹਾਂ, ਤੁਸੀਂ ਸਹੀ ਸੁਗਿਆਨ ਨੂੰ ਆਪਣੇ ਉੱਪਰ ਲਾਗੂ ਕਰੋ, ਮੰਨੋ, ਤੇ ਦੇਖਿਓ ਤੁਹਾਨੂੰ ਆਪ ਹੀ ਸਾਰਾ ਕੁਝ ਪਤਾ ਲੱਗੂ। ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਆਊਗਾ, ਚੰਗਾ ਵੀ ਮਾੜਾ ਵੀ। ਮਾਇਆ ਕੀ ਹੈ, ਸੱਚ ਕੀ ਹੈ, ਆਤਮਾ ਕੀ ਹੈ, ਸਰੀਰ ਕੀ ਹੈ, ਸਾਰੇ ਪਟੰਤਰੇ ਹੁੰਦੇ ਚਲੇ ਜਾਣਗੇ। ਪਰਮਾਰਥ ਦੇ ਰਸਤੇ ਤੇ, ਸੰਸਾਰੀ ਰਸਤੇ ਦੇ ਵਿੱਚ ਇਸ ਤਰ੍ਹਾਂ ਹੈ ਵੀ ਜੇ ਕੋਈ ਬੰਦੇ ਨੂੰ ਨਹੀਂ ਪਤਾ ਲੱਗਦਾ, ਕੋਈ ਬੰਦਾ ਜਾ ਕੇ ਛੱਡ ਵੀ ਆਉਂਦਾ ਵੀ ਚੱਲ ਮੈਂ ਤੇਰੇ ਨਾਲ ਚੱਲਦਾ, ਪਰ ਪਰਮਾਰਥ 'ਚ ਇਸ ਤਰ੍ਹਾਂ ਨਹੀਂ ਹੈ। ਪਰਮਾਰਥ ਦੇ ਵਿੱਚ ਸਿਰਫ ਇੰਡੀਕੇਟ ਕੀਤਾ ਜਾਂਦਾ ਵੀ ਆਹ ਰਸਤਾ ਹੈ, ਤਾਂ ਹੀ ਲਿਖਿਆ ਨਾ ਮੰਨਣਾ ਵੀ ਆਹ ਰਸਤਾ, ਜੇ ਤੂੰ ਇਸ ਰਸਤੇ ਨੂੰ ਮੰਨ ਲਵੇਂ। ਹੁਣ ਉਹ ਨਹੀਂ ਕਿਹਾ ਵੀ ਆਹ ਰਸਤਾ ਚੱਲ ਮੈਂ ਤੇਰੇ ਨਾਲ ਚੱਲਦਾ, ਮੰਨਣਾ ਮਾਰਗ। ਕਹਿੰਦੇ ਜਿਹੜੀ ਗੱਲ ਅਸੀਂ ਤੈਨੂੰ ਦੱਸਦੇ ਹਾਂ ਮਾਰਗ ਤੇ, ਜੇ ਤੂੰ ਮੰਨ ਲਵੇਂ ਠਾਕ ਨਾ ਪਾਏ। ਹਾਂ ਇਹ ਗੱਲ ਠੀਕ ਹੈ ਵੀ ਉਸ ਰਸਤੇ 'ਚ ਅੜਿੱਕਾ ਕੋਈ ਨਹੀਂ ਪੈਂਦਾ, ਕਿਉਂਕਿ ਅਸੀਂ ਉਹ ਰਸਤਾ ਕਲੀਅਰ ਕੀਤਾ ਹੋਇਆ। ਇੱਕ ਬੰਦਾ ਥੱਲੇ ਖੜਾ, ਇੱਕ ਬੰਦਾ ਕੋਠੇ ਤੇ ਖੜਾ। ਉਹ ਕੋਠੇ ਦੇ ਥੱਲੇ ਉੱਪਰ ਗਿਆ ਨਾ, ਉਹ ਉੱਤੇ ਖੜਿਆ ਕਹਿੰਦਾ ਵੀ ਤੂੰ ਇੱਧਰ ਤੇ ਆ ਜਾ, ਇੱਧਰ ਤੇ ਆ ਜਾ, ਇੱਧਰ ਤੇ ਆ ਜਾ, ਇੱਧਰ ਤੇ ਆ ਜਾ। ਉਹ ਬੰਦਾ ਕੋਠੇ ਤੇ ਜਾ ਪੜਦਾ, ਪਰ ਉਹਨੂੰ ਗੱਲ ਮੰਨਣੀ ਪਈ ਉਹਦੀ, ਔਰ ਉਹਨੂੰ ਚੱਲਣਾ ਪਿਆ। ਜੋ ਕੋਠੇ ਤੇ ਖੜਾ, ਦੂਜਾ ਥੱਲੇ ਖੜਾ, ਉਹ ਕਹੀ ਜਾ ਵੀ ਉੱਪਰ ਬੁਲਾ ਲਾ ਮੈਨੂੰ, ਉਹ ਕਹੀ ਜਾ ਵੀ ਉੱਪਰ ਆ ਜਾ, ਉੱਪਰ ਆ ਜਾ, ਕਿਵੇਂ ਜਾਊਗਾ? ਜਾਂ ਥੱਲੇ ਵਾਲਾ ਕਹੀ ਜਾਵੇ ਮੈਂ ਉੱਪਰ ਚਲੇ ਗਿਆ, ਮੈਂ ਉੱਪਰ ਚਲੇ ਗਿਆ, ਕਿਵੇਂ ਚਲੇ ਜਾਊਗਾ? ਪਰ ਸਾਡੇ ਅੱਜ ਧਰਮ 'ਚ ਆਈ ਇਹੋ ਜਿਹਾ ਕੁਛ ਹੀ ਚੱਲਦਾ। ਉਹ ਕਹਿੰਦੇ ਵੀ ਅਸੀਂ ਕੁਛ ਨਹੀਂ, ਤੁਸੀਂ ਲੈ ਜਾਓ ਸਾਨੂੰ। ਉਹ ਕਹਿੰਦੇ ਆਈ ਨਹੀਂ ਜਾਇਆ ਜਾਂਦਾ। ਇਹੀ ਇੱਕ ਮਾਰਗ ਐਸਾ ਹੈ ਜਿਹਤੇ ਖੁਦ ਆਪ ਜਾਇਆ ਜਾਂਦਾ। ਸੰਸਾਰ ਦਾ ਕਿਹੜਾ ਸਿਸਟਮ ਹੈ, ਇਹਦੇ ਵਿੱਚ ਸਾਨੂੰ ਕੋਈ ਵੀ ਕਿਤੇ ਲਿਜਾ ਸਕਦਾ ਹੈ, ਪਰ ਜਿਹੜਾ ਨਿਰਾਕਾਰੀ ਰਸਤਾ ਹੈ, ਕਿਉਂਕਿ ਉੱਥੇ ਜੋਤ ਇੰਡੀਪੈਂਡੈਂਟ ਹੈ, ਡਿਪੈਂਡੈਂਟ ਨਹੀਂ ਹੈ। ਜੋਤ ਕਿਸੇ ਤੇ ਵੀ ਨਿਰਭਰ ਨਹੀਂ, ਮਾਇਆ ਕਿਸੇ ਤੇ ਨਿਰਭਰ ਹੈ। ਮਾਇਆ ਹੈ ਜਿਹੜੀ ਉਹ ਡਿਪੈਂਡੈਂਟ ਹੈ, ਜਿਹੜੀ ਜੋਤ ਹੈ ਉਹ ਇੰਡੀਪੈਂਡੈਂਟ ਹੈ। ਆਤਮਾ ਕਿਸੇ ਤੇ ਵੀ ਨਿਰਭਰ ਨਹੀਂ, ਆਤਮਾ ਖੁਦ ਆਪਣੇ ਆਪ 'ਚ ਹੈ। ਇਸੇ ਕਰਕੇ ਨਹੀਂ ਮੰਨਦੀ ਉਹ, ਨਹੀਂ ਤਾਂ ਮੰਨ ਜਾਂਦੀ। ਔਰ ਨਾ ਹੀ ਅਸੀਂ ਕਿਸੇ ਦੇ ਮਨ ਨੂੰ ਮਨਾ ਸਕਦੇ ਹਾਂ, ਉਹਨੂੰ ਖੁਦ ਮੰਨਣਾ ਪਊਗਾ। ਹੇ ਮੇਰੇ ਮਨਾ, ਇਹ ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਕਿ ਜਿਹੜੀ ਪਾਤਸ਼ਾਹ ਕਹਿੰਦੇ ਜੇਤੀ ਸਿਰਠ ਹੋ ਪਾਈ, ਜਿੰਨੀ ਕੁ ਸ੍ਰਿਸ਼ਟੀ ਤੂੰ ਹੋ ਪਾਈ ਹੈ, ਜਿੰਨੀ ਕੁ ਤੇਰੇ ਕੋਲ ਮੱਤ ਹੈ, ਜਿੰਨਾ ਕੁ ਤੇਰਾ ਮਨ ਮੈਲਾ ਹੈ, ਜਿੰਨੀ ਕੁ ਮੱਤ ਅਧੂਰੀ ਹੈ, ਉਹਦੇ ਅੰਦਰ ਵੱਧ ਤੋਂ ਵੱਧ ਸੁਗਿਆਨ ਪੈਦਾ ਕਰ। ਅਕਲੀ ਸਾਹਿਬ ਸੇਵੀ ਹੈ, ਐਡੀ ਅਕਲ ਪੈਦਾ ਕਰ, ਐਡਾ ਸੁਗਿਆਨ ਪੈਦਾ ਕਰ ਕਿ ਤੈਨੂੰ ਪਤਾ ਲੱਗ ਜਾਵੇ ਵੀ ਸਾਹਿਬ ਦੀ ਸੇਵਾ ਕਿਵੇਂ ਕਰਨੀ। ਅਕਲੀ ਪਾਈ ਹੈ ਮਾਨ, ਫਿਰ ਉਹਦੇ ਨਾਲ ਹੀ ਤੈਨੂੰ ਮਾਣ ਮਿਲਣਾ। ਫੇਰ ਹੀ ਸੱਚਖੰਡ ਵਾਲੇ ਨੇ ਕਹਿਣਾ ਵੀ ਰੇਰੇ ਦਰਗਹਿ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇ, ਆਓ ਜੀ ਜੀ ਆਇਆਂ। ਆ ਵੀ ਜਿਹੜੀ ਜੋਤ ਜਿੱਤ ਕੇ ਆਈ ਹੈ, ਕਿਉਂਕਿ ਜਿੰਨੀ ਅਕਲ ਵਧਣੀ ਹੈ ਉਨਾ ਭਰਮ ਘਟਣਾ, ਜਿੰਨੀ ਅਕਲ ਘਟਣੀ ਹੈ ਉਨਾ ਭਰਮ ਵਧਣਾ। ਜਿੰਨੀ ਤੁਸੀਂ ਲਾਈਟ ਨੂੰ ਵਧਾਓਗੇ ਉਨਾ ਹਨੇਰਾ ਦੂਰ ਹੋਣਾ, ਜਿੰਨੀ ਲਾਈਟ ਘਟਦੀ ਚਲੀ ਜਾਊਗੀ ਉਨਾ ਹਨੇਰਾ ਵੱਧ ਜਾਣਾ। ਅਕਲੀ ਪੜ੍ਹ ਕੇ ਬੁੱਝੀ ਹੈ। ਦੇਖ, ਜਿੰਨਾ ਤੂੰ ਅਕਲ ਨੂੰ ਵਧਾਏਗਾ ਉਨਾ ਤੂੰ ਪੜ੍ਹ ਕੇ ਬੁੱਝੇਗਾ। ਦੇਖੋ ਹੁਣ ਪਾਤਸ਼ਾਹ ਨੇ ਬਚਨ ਕਿਹਾ ਅਕਲੀ ਪੜ੍ਹ ਕੇ ਬੁੱਝੀ। ਪਹਿਲਾਂ ਅਕਲ ਹੋਣੀ ਚਾਹੀਦੀ ਹੈ ਪੜ੍ਹਨ ਬਾਰੇ। ਗੁਰਬਾਣੀ ਪੜ੍ਹਨ ਲਈ ਵੀ ਅਕਲ ਹੋਣੀ ਚਾਹੀਦੀ ਹੈ ਕਿ ਗੁਰਬਾਣੀ ਪੜ੍ਹਨੀ ਕਿਵੇਂ, ਕਿੱਥੇ ਵਿਸ਼ਰਾਮ ਦੇਣਾ, ਇਹਦਾ ਅਰਥ ਕਿਵੇਂ ਬਣੂਗਾ। ਉਹ ਅਰਥ ਨਹੀਂ, ਇਸ ਅਰਥ ਦੀ ਵਿਚਾਰ ਕਿਵੇਂ ਕਰਨੀ ਹੈ, ਕਿਉਂਕਿ ਗੁਰਬਾਣੀ ਤਾਂ ਅਰਥ ਹੀ ਹੈ। ਅਰਥ ਦੀ ਵਿਚਾਰ ਕਿਵੇਂ ਕਰਨੀ ਹੈ, ਇਹ ਅਕਲ ਦੀ ਲੋੜ ਹੈ। ਪੜ੍ਹੀ ਹੈ, ਕਹਿ ਬੁੱਝੀ ਹੈ, ਫਿਰ ਇਹਦੇ ਉਹ ਅਰਥ ਦੇ ਵਿੱਚੋਂ ਜਿਹੜੀ ਵਿਚਾਰ ਕੀਤੀ ਉਸ ਵਿਚਾਰ ਦੇ ਵਿੱਚੋਂ ਤੱਤ ਮਿਲਣਾ। ਤਤ ਤੇਲ ਨਾਮ ਕੀ ਅਵਾਤੀ, ਦੀਪਕ ਦੇਹ ਉਜਿਆਰਾ। ਜੋਤ ਲਾਏ ਜਗਦੀਸ਼ ਜਗਾਇਆ, ਬੁੱਝੈ ਬੁੱਝਣਹਾਰਾ। ਹਰ ਥਾਂ ਦੇ ਉੱਪਰ ਬੁਝਾਰਤ ਪਈ ਹੈ। ਜਿਹੜਾ ਬੁੱਝ ਲੈਂਦਾ
ਉਹ ਭਵ ਸਾਗਰ ਚੋਂ ਪਾਰ ਚਲੇ ਜਾਂਦਾ ਹੈ। ਜਿਹੜਾ ਬੁੱਝਦਾ ਨਹੀਂ ਉਹ ਇੱਥੇ ਹੀ ਰਹਿ ਜਾਂਦਾ ਹੈ। ਅਕਲੀ ਪੜ ਕੇ ਬੂਝੀ ਹੈ, ਅਕਲੀ ਕੀਚੈ ਧਾਨ। ਫਿਰ ਅਕਲ ਵੀ ਹੋਣੀ ਚਾਹੀਦੀ ਹੈ ਵੀ ਜਿਹੜੀ ਮੈਂ ਸੋਝੀ ਪ੍ਰਾਪਤ ਕੀਤੀ ਹੈ ਦੂਜੇ ਨੂੰ ਦੇਣੀ ਕਿਵੇਂ ਆ, ਕਿਉਂਕਿ ਇੱਥੇ ਮਾਰ ਪੈ ਜਾਂਦੀ ਹੈ। ਜਦੋਂ ਦਾਨ ਕੀਤਾ ਜਾਂਦਾ, ਦੂਜੇ ਨੂੰ ਸੁਗਿਆਨ ਦਿੱਤਾ ਜਾਂਦਾ, ਉੱਥੇ ਆਪਣੇ ਅੰਦਰੋਂ ਹਉਮੈ ਨਾਲ ਉੱਠ ਖੜਦੀ ਹੈ, ਕਿਉਂਕਿ ਸਰੀਰ ਦੀ ਪੂਜਾ ਸ਼ੁਰੂ ਕਰਾ ਲੈਂਦਾ ਹੈ। ਸੰਸਾਰ ਦੇ ਲੋਕਾਂ ਨੂੰ ਵੱਖਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਲੋਕ ਕਹਿਣ ਲੱਗ ਜਾਂਦੇ ਆ ਵੀ ਤੁਹਾਡੀ ਤਾਂ ਬੜੀ ਕਮਾਈ ਹੈ, ਤੁਹਾਨੂੰ ਤਾਂ ਬਹੁਤ ਸੁਗਿਆਨ ਹੈ। ਇਹਨੂੰ ਭਰਮ ਹੋ ਜਾਂਦਾ ਵੀ ਮੈਨੂੰ ਇੰਨਾ ਸੁਗਿਆਨ ਹੈ। ਇਹ ਉਹਨਾਂ ਲੋਕਾਂ ਤੋਂ ਥੋੜ੍ਹਾ ਜਿਹਾ ਪਰੇ ਹਟਣ ਲੱਗ ਜਾਂਦਾ ਹੈ, ਆਪਣੇ ਆਪ ਨੂੰ ਅਹਿਮੀਅਤ ਦੇਣ ਲੱਗ ਜਾਂਦਾ ਹੈ। ਬਸ ਜਦੋਂ ਆਪਣੇ ਆਪ ਨੂੰ ਅਹਿਮੀਅਤ ਦਿੱਤੀ, ਜਿਹੜੀ ਉਹੀ ਅਕਲ ਹੈ ਵਧੀ ਹੁੰਦੀ, ਉਹੀ ਅਕਲ ਫਿਰ ਉਲਟ ਰੂਪ ਧਾਰਨ ਕਰ ਜਾਂਦੀ ਹੈ। ਫਿਰ ਇਹ ਸੰਤ ਤੋਂ ਸਾਕਤ ਬਣ ਜਾਂਦਾ ਹੈ, ਕਿਉਂਕਿ ਇਹਦੇ ਕੋਲ ਗਿਆਨ ਹੁੰਦਾ ਹੈ। ਫਿਰ ਇਹ ਉਹ ਗਿਆਨ ਦਾ ਇਸਤੇਮਾਲ ਮਾਇਆ ਲਈ ਕਰ ਜਾਂਦਾ ਹੈ। ਮਾਇਆ ਛੱਡਣ ਲਈ ਗਿਆਨ ਲੈਤਾ ਸੀ। ਜਦੋਂ ਸੰਸਾਰੀ ਲੋਕਾਂ ਨੇ ਇੰਨਾ ਜ਼ਿਆਦਾ ਵਡਿਆਤਾ ਤਾਂ ਇਹਨੂੰ ਭਰਮ ਹੋ ਜਾਂਦਾ ਹੈ। ਫਿਰ ਇਹ ਉਸੇ ਗਿਆਨ ਨੂੰ ਮਾਇਆ ਛੱਡਣ ਦੀ ਬਜਾਏ ਮਾਇਆ ਇਕੱਠੀ ਕਰਨ ਦੇ ਚੱਕਰ 'ਚ ਪੈ ਜਾਂਦਾ ਹੈ। ਜਿਹੜੇ ਧਾਰਮਿਕ ਲੋਕ ਨੇ ਸੰਸਾਰ ਦੇ ਵਿੱਚ, ਸੰਸਾਰੀ ਧਾਰਮਿਕ ਲੋਕ, ਉਹ ਸਤੋਗੁਣ 'ਚ ਆ ਕੇ ਫਸ ਜਾਂਦੇ ਆ। ਇਹ ਤਿੰਨ ਖਾਈਆਂ ਨੇ, ਰਜੋ ਤਮੋ ਤੇ ਸਤੋਗੁਣ ਦੀ ਖਾਈ। ਸਤੋਗੁਣ 'ਚੋਂ ਨਿਕਲਣਾ ਬਹੁਤ ਔਖਾ ਹੈ, ਕਿਉਂਕਿ ਸਤੋਗੁਣ ਦੇ ਵਿੱਚ ਜਾ ਕੇ ਜਿਹੜੀ ਜੋਤ ਹੈ ਉਹ ਦਰਵਾਜ਼ੇ ਤੱਕ ਐਂਟਰੀ ਕਰ ਜਾਂਦੀ ਹੈ। ਅੰਦਰ ਨਹੀਂ ਉਹਨੂੰ ਵੜਨ ਦਿੰਦੇ ਸੱਚਖੰਡ ਵਾਲੇ, ਪਰ ਉਹ ਦਰਵਾਜ਼ੇ ਤੱਕ ਜਾਂਦੀ ਹੈ। ਉਹਨੂੰ ਦਰਵਾਜ਼ੇ ਤੱਕ ਦਾ ਸੁਗਿਆਨ ਹੋ ਜਾਂਦਾ ਹੈ। ਤੇ ਜਦੋਂ ਦਰਵਾਜ਼ੇ ਤੱਕ ਸੁਗਿਆਨ ਹੋ ਜਾਂਦਾ, ਆਮ ਲੋਕਾਂ ਨਾਲੋਂ ਬਹੁਤ ਦੂਰ ਹੁੰਦਾ ਹੈ। ਔਰ ਜਿਹੜੇ ਨਾਲ ਦੇ ਹੁੰਦੇ ਆ, ਉਹ ਦਰਵਾਜ਼ੇ ਤੇ ਖੜੇ ਨੂੰ ਹੀ ਮਾਲਕ ਦਾ ਦਰਜਾ ਦੇ ਦਿੰਦੇ ਆ, ਜਦ ਕਿ ਦਰਵਾਜ਼ੇ ਦੇ ਉੱਪਰ ਚੌਬਦਾਰ ਖੜਦਾ ਹੈ, ਚੌਂਕੀਦਾਰ ਖੜਦਾ ਹੈ, ਨੌਕਰ ਖੜਦਾ ਹੈ, ਦਾਸ ਖੜਦਾ ਹੈ, ਮਾਲਕ ਨਹੀਂ ਖੜਦਾ ਹੁੰਦਾ। ਮਾਲਕ ਸਿੰਘਾਸਨ ਤੇ ਬੈਠਾ। ਬਸ ਜੋਤ ਉੱਥੇ ਜਾ ਕੇ ਫਿਰ ਮਾਲਕ ਵਾਲੀ ਫੀਲਿੰਗ ਲੈ ਲੈਂਦੀ ਹੈ। ਬਸ ਮਾਲਕ ਵਾਲੀ ਇੱਕ ਵਾਰੀ ਫੀਲਿੰਗ ਲੈਤੀ ਨਹੀਂ ਤੇ ਸੰਸਾਰ ਵੱਲ ਨੂੰ ਟੂਟੀ ਖੁੱਲੀ। ਆਪਣੇ ਆਪ ਨੂੰ ਕਹਿਣ ਲੱਗ ਜਾਂਦਾ ਵੀ ਤੁਸੀਂ ਮੇਰੇ ਸੇਵਾਦਾਰ ਹੋ, ਮੈਂ ਤੁਹਾਡਾ ਗੁਰੂ ਹਾਂ, ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਡਾ ਜੀਵਨ ਸਫਲ ਹੋਊਗਾ, ਮੈਂ ਤੁਹਾਨੂੰ ਸਭ ਕੁਝ ਦਿੰਦਾ। ਉੱਥੋਂ ਰੁਕ ਜਾਂਦਾ ਰਸਤਾ। ਪਰ ਜਿਹੜੇ ਪੁਰਖਾਂ ਨੇ ਦਰਵਾਜ਼ਾ ਟੱਪ ਕੇ ਅੰਦਰ ਚਲੇ ਗਏ, ਉਹ ਇਹ ਗੱਲ ਕਹਿੰਦੇ ਆ ਕਿ ਮੈਂ ਦਾਸ ਹਾਂ, ਮੈਂ ਸੇਵਕ ਹਾਂ, ਮੈਂ ਤੁਹਾਡਾ ਭਰਾ ਹਾਂ, ਤੁਸੀਂ ਮੇਰੇ ਭਰਾ ਹੋ, ਆਪਾਂ ਸਾਰੇ ਇੱਕ ਹੈ। ਜੇ ਤੁਹਾਡੇ ਅੰਦਰ ਇੰਨੀ ਕੁ ਮੈਲ ਲੱਗੀ ਹੋਈ ਹੈ, ਇਹਨੂੰ ਲਾ ਦਿਓ, ਆਪਾਂ ਘਰੇ ਚੱਲਾਂਗੇ, ਸੁੱਖ ਮਾਣਾਂਗੇ। ਉਹਦੀ ਇਹ ਭਾਸ਼ਾ ਹੁੰਦੀ ਹੈ। ਪਰ ਜਿਨ੍ਹਾਂ ਨੇ ਦਰਵਾਜ਼ੇ ਤੱਕ ਪਹੁੰਚ ਕੀਤੀ ਹੈ, ਉਹਨਾਂ ਦੀ ਭਾਸ਼ਾ ਹੁੰਦੀ ਹੈ ਵੀ ਅਸੀਂ ਹੀ ਸਭ ਕੁਝ ਹੈ, ਤੁਸੀਂ ਕੁਝ ਵੀ ਨਹੀਂ ਹੈ, ਤੁਸੀਂ ਨਹੀਂ ਕੁਝ ਕਰ ਸਕਦੇ ਜੇ ਅਸੀਂ ਨਾ ਹੋਈਏ। ਪਰ ਜਿਹੜੇ ਘਰ ਵਾਲੇ ਆ, ਉਹ ਕਹਿੰਦੇ ਤੂੰ ਹੀ ਸਭ ਕੁਝ ਕਰ ਸਕਦਾ, ਅਸੀਂ ਭਾਵੇਂ ਹੋਈਏ ਭਾਵੇਂ ਨਾ ਹੋਈਏ, ਸਾਡਾ ਨਹੀਂ ਫਰਕ, ਤੁਸੀਂ ਸਭ ਕੁਝ ਕਰ ਸਕਦੇ ਹੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂੜ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਸੋ ਅੰਗ 413 ਉੱਪਰ ਵੀ ਪਾਤਸ਼ਾਹ ਕਹਿੰਦੇ ਸ੍ਰਿਸ਼ਟ ਉਪਾਈ ਜੋਤੀ ਹੂੰ ਜਾਤ। ਆ ਦੇਖੇ ਮੇਰੇ ਮਨਾ ਕੀ ਲਿਖਿਆ ਪਾਤਸ਼ਾਹ ਨੇ 413 ਅੰਗ ਦੇ ਉੱਪਰ ਕਿ ਸ੍ਰਿਸ਼ਟ ਉਪਾਈ, ਕਿਹਨੇ ਉਪਾਈ? ਜੋਤੀ ਤੂੰ ਜਾਤ। ਜੋਤੀ ਨੇ ਸ੍ਰਿਸ਼ਟ ਪੈਦਾ ਕੀਤੀ, ਉਹਨੇ ਮਨ ਪੈਦਾ ਕਰ ਲਿਆ। ਮਨ ਕਾਹਦੇ ਨਾਲ ਜੁੜ ਗਿਆ? ਜਾਤ ਨਾਲ। ਜਾਤ ਕੀ ਹੈ? ਬਾਹਰਲਾ ਸਰੀਰ। ਸ਼ਬਦ ਵਿਚਾਰ ਮਿਲਣ ਨਹੀਂ ਪ੍ਰਾਂਤ। ਕਹਿੰਦੇ ਹੁਣ ਤੈਨੂੰ ਸ਼ਬਦ ਵਿਚਾਰ ਕਰਨੀ ਪੈਣੀ ਆ, ਭਾਵ ਕਿ ਤੈਨੂੰ ਆਪਣੇ ਆਪ ਦੀ ਵਿਚਾਰ ਕਰਨੀ ਪੈਣੀ ਹੈ। ਮਿਲਣ ਨਹੀਂ ਪ੍ਰਾਂਤ। ਜੇ ਤੂੰ ਇਹ ਕੁਛ ਨਾ ਕੀਤਾ, ਫਿਰ ਕਹਿੰਦੇ ਮਿਲਾਪ ਨਹੀਂ ਹੋਣਾ, ਫਿਰ ਭ੍ਰਾਂਤੀ ਰਹੂਗੀ, ਫਿਰ ਤੂੰ ਆਪਣੇ ਆਪ ਨੂੰ ਸਮਝ ਨਹੀਂ ਸਕੇਗਾ ਕਿ ਮੈਂ ਜੋਤ ਹਾਂ ਕਿ ਜਾਂ ਸਰੀਰ ਹਾਂ। ਪਰ ਜਦੋਂ ਤੂੰ ਆਪਣੇ ਆਪ ਦੀ ਸ਼ਬਦ ਵਿਚਾਰ ਕਰਨ ਲੱਗ ਜਾਏਗਾ, ਆਪਣੇ ਆਪ ਨੂੰ ਵਿਚਾਰਨ ਲੱਗ ਜਾਏਗਾ, ਫਿਰ ਤੇਰੀ ਭ੍ਰਾਂਤੀ ਹੈ ਜਿਹੜੀ ਉਹ ਖਤਮ ਹੋ ਜਾਣੀ ਹੈ। ਫਿਰ ਤੂੰ ਸ਼ੁੱਧ ਸਰੂਪ ਹੈ, ਜੋਤ ਸਰੂਪ ਹੈ। ਅੰਗ 31 ਉੱਪਰ ਵੀ ਪਾਤਸ਼ਾਹ ਕਹਿੰਦੇ ਗੁਰ ਕੇ ਭਾਣੇ ਵਿੱਚ ਹੀ ਅੰਮ੍ਰਿਤ ਹੈ।
ਹੇ ਮੇਰੇ ਮਨਾ, ਜੇ ਤੂੰ ਆਪਣਾ ਸੁਗਿਆਨ ਲਈ ਚੱਲੇਗਾ, ਉਸ ਸੁਗਿਆਨ ਦੇ ਅੰਦਰੋਂ ਹੀ ਅੰਮ੍ਰਿਤ ਬਾ ਹੁਕਮ ਪ੍ਰਗਟ ਹੋ ਜਾਣਾ। ਗੁਰ ਕੇ ਭਾਣੇ ਵਿੱਚ ਹੀ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ। ਦੇਖੋ ਪਾਤਸ਼ਾਹ ਕੀ ਲਿਖਦੇ ਆ, ਸਹਿਜੇ ਪਾਵੈ ਕੋਏ। ਕਹਿੰਦੇ ਜਾਗੇ ਤੋਂ ਪ੍ਰਾਪਤ ਹੋਣਾ, ਪਰ ਜਾਗੇ ਤੋਂ ਕਿਸੇ ਵਿਰਲੇ ਨੂੰ ਹੀ ਹੁੰਦਾ, ਕਿਉਂਕਿ ਜੇ ਕੋਈ ਜਾਗੂਗਾ ਤਾਂ ਹੋਊਗਾ। ਹੁਣ ਸੁੱਤਿਆਂ ਨੂੰ ਤਾਂ ਨਹੀਂ ਮਿਲਦਾ ਹੈ, ਜਾਗਣਾ ਪਊਗਾ, ਜਾਗੇ ਤੋਂ ਬਾਅਦ ਚ ਮਿਲਦਾ। ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ। ਜਿਹੜਾ ਗੁਰ ਕਾ ਭਾਣਾ ਕੀ ਹੈ? ਗੁਰਬਾਣੀ, ਸੁਗਿਆਨ। ਪਹਿਲਾਂ ਹੇ ਮੇਰੇ ਮਨਾ, ਤੂੰ ਗੁਰਬਾਣੀ ਤੇ ਭਰੋਸਾ ਕਰੇ, ਗੁਰਬਾਣੀ ਅਨੁਸਾਰ ਚੱਲੇ, ਤਾਂ ਤੈਨੂੰ ਪਤਾ ਲੱਗੂ ਵੀ ਅੰਮ੍ਰਿਤ ਕੀ ਹੁੰਦਾ ਹੈ। ਗੁਰਬਾਣੀ ਸਿਰਫ ਅੰਮ੍ਰਿਤ ਦੀ ਜਾਣਕਾਰੀ ਕਰਵਾਉਂਦੀ ਹੈ ਵੀ ਆਹ ਅੰਮ੍ਰਿਤ ਹੈ, ਆਹ ਇਹਦੇ ਫਾਇਦੇ ਨੇ। ਫਿਰ ਜਦੋਂ ਇਹਨੂੰ ਪਤਾ ਲੱਗਦਾ ਵੀ ਇਹ ਅੰਮ੍ਰਿਤ ਹੈ, ਇਹ ਇਹਦੇ ਫਾਇਦੇ ਨੇ, ਫਿਰ ਇਹਨੂੰ ਪ੍ਰਾਪਤ ਕਰਨਾ ਚਾਹੁੰਦਾ, ਉਹਨੂੰ ਪ੍ਰਾਪਤ ਕਰਨ ਦੇ ਲਈ ਇਹਨੂੰ ਜਾਗਣਾ ਪੈਂਦਾ। ਤੇ ਜਦੋਂ ਜਾਗ ਜਾਂਦਾ, ਉਸੇ ਵੇਲੇ ਅੰਮ੍ਰਿਤ ਦੇ ਕੋਲ ਹੁੰਦਾ। ਗੁਰ ਕੇ ਭਾਣੇ ਵਿੱਚ ਹੀ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ। ਜਿਨ੍ਹਾਂ ਪ੍ਰਾਪਤ ਤਿਨਾ ਪੀਆ। ਜਿਨ੍ਹਾਂ ਨੂੰ ਵੀ ਉਹ ਪ੍ਰਾਪਤ ਹੋਇਆ, ਉਹਨਾਂ ਨੇ ਪੀ ਲਿਆ। ਜਿਨ੍ਹਾਂ ਨੇ ਅੰਮ੍ਰਿਤ ਪੀਤਾ, ਉਹਦੀ ਕੀ ਨਿਸ਼ਾਨੀ ਹੈ? ਹਉਮੈ ਵਿੱਚੋਂ ਖੋਏ। ਆਹ ਨਿਸ਼ਾਨੀ ਹੈ ਕਿ ਉਹਦੇ ਅੰਦਰ ਨਾ ਹਉ ਹੈ ਤੇ ਨਾ ਮੈਂ ਆਤਮਾ ਕਰਕੇ ਹੈ, ਹਉ ਪ੍ਰਾਤਮਾ ਕਰਕੇ ਹੈ। ਦੋਨੇ ਚੀਜ਼ਾਂ ਹੈ ਨਹੀਂ, ਇੱਕ ਹੈ ਉਹ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ। ਤੂੰ ਵੀ ਕਹੀ ਜਾਣਾ ਮੈਂ ਨਾਮ ਜਪਦਾ, ਨਾਮ ਜਪਣ ਵਾਲਿਆਂ ਕੋਲ ਹਉਮੈ ਨਹੀਂ ਹੁੰਦੀ। ਤੇ ਤੈਨੂੰ ਤਾਂ ਈਵਨ ਕਿ ਇਹ ਵੀ ਨਹੀਂ ਪਤਾ ਵੀ ਹਉਮੈ ਕੀ ਹੁੰਦੀ ਹੈ। ਸੋ ਤੂੰ ਨਾਮ ਨਹੀਂ ਜਪਦਾ, ਤੂੰ ਸਿਰਫ ਗਿਆਨ ਹੈ, ਜਿਹੜਾ ਗੁਰਬਾਣੀ ਦਾ ਗਿਆਨ ਹੈ, ਗੁਰਬਾਣੀ ਦੇ ਅੰਦਰ ਤੈਨੂੰ ਦੱਸਿਆ ਗਿਆ, ਉਹਨੂੰ ਸਮਝ, ਉਹਨੂੰ ਵਿਚਾਰ, ਉਹਨੂੰ ਆਪਣੇ ਤੇ ਲਾਗੂ ਕਰ। ਸੋ ਇੱਥੋਂ ਤੱਕ ਕਿ ਅੱਜ ਦੀ ਜੋ ਵਿਚਾਰ ਸੀ ਗੁਰ ਕਿਰਪਾ ਦੁਆਰਾ ਕੀਤੀ ਗਈ। ਅਗਲਾ ਜਿਹੜਾ ਬਚਨ ਹੈ ਉਹ ਗੁਰ ਕਿਰਪਾ ਦੁਆਰਾ ਫਿਰ ਵਿਚਾਰਿਆ ਜਾਵੇਗਾ। ਬਾਕੀ ਉਹਦੀ ਰਜਾ ਹੈ, ਜਿਵੇਂ ਉਹਨੂੰ ਪਾਉਂਦਾ ਹੋਣਾ ਉਸੇ ਤਰ੍ਹਾਂ ਦਾ ਹੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।